ਦੇ ਅਥਾਹ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣਦਿਆਂ, ਗੁਰਬਾਣੀ ਜਸ ਸਰਵਣ ਕਰਦਿਆਂ 84 ਲੱਖ ਜੂਨਾਂ ਤੋਂ ਬਾਅਦ ਮਿਲੀ ਇਸ ਮਨੁੱਖਾ ਦੇਹੀ ਦਾ ਲਾਹਾ ਖੱਟ ਰਹੇ ਹੋ। ਇਸ ਤੋਂ ਪਹਿਲਾਂ ਆਪ ਜੀ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਆਸਾ ਜੀ ਕੀ ਵਾਰ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਆਓ ਜਿੰਨਾ ਵੀ ਸਮਾਂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਸਮੇਂ ਨੂੰ ਸਫਲਾ ਕਰਦਿਆਂ ਗੁਰਸ਼ਬਦ ਦੇ ਨਾਲ ਜੁੜੀਏ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਬਖਸ਼ਿਸ਼ ਕਰਨ, ਆਪਣੇ ਸ਼ਬਦ ਦੀ ਆਪ ਵਿਚਾਰ ਕਰਵਾ ਲੈਣ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਸਮੇਸ਼ ਪਿਤਾ ਅੰਮ੍ਰਿਤ ਦੇ ਦਾਤੇ ਸਾਹਿਬ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਕਰੀਏ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਜੋ ਸਲੋਕ ਤੇ ਪੌੜੀ ਦੇ ਰੂਪ ਵਿੱਚ ਗੌੜੀ 52 ਅੱਖਰੀ ਮਹਿਲਾ ਪੰਜਵਾਂ, ਇਹ ਪਵਿੱਤਰ ਪਾਵਨ 50ਵਾਂ ਸਲੋਕ, ਜਿਸ ਦਾ ਪਾਠ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਸੰਸਾਰ ਦੇ ਵਿੱਚ ਜੋ ਵੀ ਦਿਸ ਰਿਹਾ ਹੈ ਉਹ ਨਾਸਵੰਤ ਹੈ। ਮਹਾਰਾਜ ਕਹਿੰਦੇ ਨੇ ਕਿਸੇ ਮਨੁੱਖ ਮਾਤਰ ਦੀ ਓਟ ਨਾ ਲੈ, ਕਿਸੇ ਦਾ ਸਹਾਰਾ ਨਾ ਤੱਕ। ਕਿਉਂ? ਕਿਉਂਕਿ ਮਾਨਸ ਕੀ ਟੇਕ ਬਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਇੱਕੋ ਹੀ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਹੈ, ਜੋ ਕਦੇ ਦੇ ਕਰਕੇ ਪਛਤਾਉਂਦਾ ਨਹੀਂ। ਦੁਨਿਆਵੀ ਮਨੁੱਖ ਜਿੰਨਾ ਮਰਜ਼ੀ ਕਲੋਜ਼ ਹੋਵੇ, ਜਿੰਨਾ ਮਰਜ਼ੀ ਤੁਹਾਡਾ ਰਿਸ਼ਤੇਦਾਰ ਸੰਬੰਧੀ ਹੋਵੇ, ਦੋਸਤ ਮਿੱਤਰ ਹੋਵੇ, ਜੇਕਰ ਤੁਸੀਂ ਇੱਕ ਵਾਰੀ ਉਸਦੇ ਆਖੇ ਨਾ ਲੱਗੇ ਤੇ ਉਹ ਸੋਚਦਾ ਯਾਰ ਮੈਂ ਇਸ ਦੀ ਹੈਲਪ ਬੇਕਾਰ ਕੀਤੀ, ਇਹ ਤੇ ਮੇਰੇ ਆਖੇ ਨਹੀਂ ਲੱਗਦਾ, ਪਛਤਾਉਂਦਾ ਹੈ। ਪਰ ਮਾਰੇ ਕੇ ਦਾਤ ਕਰੇ ਕਰ ਪਛੋਤਾਵੇ। ਮਨੁੱਖ ਪਛਤਾਉਂਦਾ ਹੈ, ਪਰ ਉਹ ਅਕਾਲ ਪੁਰਖ ਪ੍ਰਮਾਤਮਾ ਕਦੇ ਨਹੀਂ ਪਛਤਾਉਂਦਾ। ਤੇ ਅੱਜ ਤੋਂ ਨਹੀਂ, ਜੁਗਾਂ ਜੁਗਾਂਤਰਾਂ ਤੋਂ ਦਾਤਾਂ ਦੇਈ ਆ ਰਿਹਾ ਹੈ। ਦੇਂਦਾ ਦੇ, ਲੈਂਦੇ ਥਕ ਪਾਹੇ। ਲੈਣ ਵਾਲੇ ਥੱਕ ਜਾਂਦੇ ਨੇ, ਥੱਕ ਕਰਕੇ ਮੁੱਕ ਵੀ ਜਾਂਦੇ ਨੇ, ਪਰ ਉਸ ਦੀਆਂ ਦਾਤਾਂ ਇੰਨੀਆਂ ਅਟੁੱਟ ਨੇ, ਉਹ ਕਦੇ ਨਹੀਂ ਮੁੱਕਦੀਆਂ। ਮਨੁੱਖ ਥੱਕ ਜਾਂਦਾ ਹੈ, ਮੁੱਕ ਜਾਂਦਾ ਹੈ। ਤੇ ਇਹ ਕ੍ਰਮ ਕੋਈ ਸਾਡੇ ਹੀ ਨਾਲ ਨਹੀਂ, ਮਾਰੇ ਕਿ ਜੁਗਾਂ ਜੁਗਾਂਤਰਾਂ ਤੋਂ, ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਜਦੋਂ ਦੀ ਕਾਇਨਾਤ ਹੋਂਦ ਵਿੱਚ ਆਈ ਹੈ, ਉਦੋਂ ਦਾ ਇਹ ਕ੍ਰਮ ਲਗਾਤਾਰ ਚੱਲਦਾ ਆ ਰਿਹਾ ਹੈ। ਇਸ ਕਰਕੇ ਜੇਕਰ ਸ਼ਰਨ ਵਿੱਚ ਆਉਣਾ ਹੈ, ਕਿਸੇ ਦੀ ਓਟ, ਕਿਸੇ ਦਾ ਆਸਰਾ, ਕਿਸੇ ਦਾ ਸਹਾਰਾ ਲੈਣਾ ਹੈ, ਤੇ ਮਹਾਰਾਜ ਕਹਿੰਦੇ ਨੇ ਕਿਸ ਦਾ ਸਹਾਰਾ ਲਵੇਗਾ? ਤੇ ਮਹਾਰਾਜ ਕਹਿੰਦੇ ਸਤ ਕਹੋ ਸੁਨ ਮਨ ਮੇਰੇ। ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਇਸ ਮਨ ਨੂੰ ਸੰਬੋਧਨ ਕੀਤਾ ਹੈ, ਕਿਉਂਕਿ ਮਨ ਇੰਨਾ ਚੰਚਲ ਹੈ। ਕਹਿੰਦੇ ਨੇ ਮਨ ਖੁੱਟ ਹਰ ਤਰ੍ਹਾਂ ਨਹੀਂ ਵਿਸਾਸ ਤੂੰ ਮਹਾ ਉਦਮਾਦਾ। ਬੜਾ ਉਤਪਾਤੀ ਹੈ, ਬੜਾ ਤੇਜ ਹੈ। ਏਕ ਨਿਮਕ ਮੈਂ 4 ਕੁੰਟ ਫਿਰ ਆਵੇ, ਐਨੀ ਤੇਜ ਰਫਤਾਰ। ਪਰ ਜੇਕਰ ਵਸ ਵਿੱਚ ਆ ਜਾਵੇ ਤੇ ਮਰ ਗਏ ਮਨ ਜੀਤੈ ਜਗ ਜੀਤ। ਜਗਤ ਨੂੰ ਤਾਂ ਜਿੱਤ ਲਵੇਗਾ, ਪਰ ਕਿਸ ਤਰ੍ਹਾਂ ਬਸ ਵਿੱਚ ਆਵੇ?
ਮਾਰੇ ਕਹਿੰਦੇ 10 ਦਿਸ ਖੋਜਤ ਮੈਂ ਫਿਰਿਓ ਜਤ ਦੇਖਾਂ ਤਤ ਸੋਏ, ਮਨ ਬਸ ਆਵੇ ਨਾਨਕਾ ਜੇ ਸ਼ਰਤ ਹੈ। ਕਿਉਂਕਿ ਹਰ ਗੱਲ ਦੇ ਨਾਲ ਮਹਾਰਾਜ ਨੇ ਕੰਡੀਸ਼ਨ ਲਾਈ ਹੈ, ਸ਼ਰਤ ਲਾਈ ਹੈ। ਤੇ ਮਨ ਨੂੰ ਕਾਬੂ ਕਰਨ ਵਾਸਤੇ ਵੀ ਸ਼ਰਤ ਹੈ ਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇਕਰ ਸਤਿਗੁਰੂ ਦੀ, ਪਰਮਾਤਮਾ ਦੀ ਪੂਰੀ ਕਿਰਪਾ ਹੋ ਜਾਵੇ ਤੇ ਇਹ ਮਨ ਕੀ ਬਣ ਜਾਂਦਾ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਫਿਰ ਐਸ ਨੂੰ ਆਪਣੇ ਮੂਲ ਦੀ ਪਛਾਣ ਹੋ ਜਾਂਦੀ ਹੈ, ਜਾਂਚ ਹੋ ਜਾਂਦੀ ਹੈ ਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ। ਕਿਹੜੇ ਲਾਹਾ ਵਾਸਤੇ ਆਇਆ ਸੀ? ਪਰਮਾਤਮਾ ਦਾ ਨਾਮ ਜਪਣ ਵਾਸਤੇ, ਸਿਮਰਨ ਕਰਨ ਵਾਸਤੇ। ਜਿਸ ਕਰਕੇ 84 ਕੱਟੀ ਜਾਵੇ, ਮੁੜ ਕੇ ਭਟਕਣਾ ਨਾ ਪਵੇ, ਜੰਮਣਾ ਮਰਨਾ ਨਾ ਪਵੇ। ਐਸ ਕਰਕੇ ਮਹਾਰਾਜ ਸਤ ਕਹੋ ਸੁਨ ਮਨ ਮੇਰੇ, ਸ਼ਰਨ ਪਰੋ ਹਰ ਰਾਏ। ਹੇ ਮੇਰੇ ਮਨ, ਮੈਂ ਤੈਨੂੰ ਸੱਚੀ ਆਖਦਾ ਹਾਂ, ਤੂੰ ਹਰੀ ਪਰਮਾਤਮਾ ਵਾਹਿਗੁਰੂ ਹਰ ਰਾਏ, ਉਸ ਦੀ ਸ਼ਰਨ ਵਿੱਚ ਰਹੋ। ਜਿਵੇਂ ਮਹਾਰਾਜ ਬਿਆਨ ਕਰਦੇ ਨੇ, ਏਕਮ ਏਕ ਓੰਕਾਰ ਪ੍ਰਭ ਕਰੋ ਬੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਏ। ਫਿਰ ਕਹਿੰਦੇ ਨੇ ਕਰੋ ਬੰਦਨਾ ਅਨੇਕ ਵਾਰ, ਸ਼ਰਨ ਪਰੋ ਹਰ ਰਾਏ, ਬ੍ਰਹਮ ਕਟਿਐ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਏ। ਜਿਹੜਾ ਬ੍ਰਹਮ ਹੈ, ਕਹਿੰਦੇ ਨੇ ਗੁਰ ਪ੍ਰਸਾਦ ਭਰਮ ਕਾ ਨਾਸ। ਜਦੋਂ ਤੱਕ ਗੁਰੂ ਦੀ ਕਿਰਪਾ ਨਾ ਹੋਵੇ, ਬ੍ਰਹਮ ਨਹੀਂ ਕੱਟਦਾ। ਸਾਰਾ ਸੰਸਾਰ ਬ੍ਰਹਮ ਦੇ ਵਿੱਚ ਪਿਆ ਹੋਇਆ ਹੈ। ਬ੍ਰਹਮ ਹੈ ਸੋਈ ਸਗਲ ਜਗਤ ਧੰਦ ਅੰਧ, ਕੋਈ ਜਾਗੇ ਹਰ ਜਨ। ਕੋਈ ਵਿਰਲਾ ਹੀ ਹੈ ਜਿਹੜਾ ਬ੍ਰਹਮ ਤੋਂ ਮੁਕਤ ਹੋਇਆ ਹੈ। ਤੇ ਹੁੰਦਾ ਉਹੀ ਹੈ ਜਿਸ ਦੇ ਉੱਤੇ ਗੁਰੂ ਦੀ, ਪਰਮਾਤਮਾ ਦੀ ਕਿਰਪਾ ਹੋਵੇ, ਜਿਸ ਨੇ ਆਪਣਾ ਅੰਮ੍ਰਿਤ ਵੇਲਾ ਸਾਂਭਿਆ ਹੋਵੇ, ਜਿਸ ਨੇ ਆਪਣਾ ਨਿਤਨੇਮ ਤੇ ਸਤਸੰਗਤ ਸਾਂਭੀ ਹੋਵੇ। ਕਿਉਂਕਿ ਕਾਰ ਵਿਹਾਰ ਵੀ ਲਾਜ਼ਮੀ ਨੇ ਇਹ ਸੰਸਾਰਿਕ ਲੋੜਾਂ ਪੂਰੀ ਕਰਨ ਵਾਸਤੇ, ਲਾਜ਼ਮੀ ਨੇ। ਮਾਇਆ ਨੂੰ ਗੁਜਰਾਨ ਕਿਹਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ, ਕਿਉਂਕਿ ਬਿਨਾਂ ਮਾਇਆ ਤੋਂ ਕੁਝ ਨਹੀਂ ਸਰਦਾ। ਪਿਆਸ ਲੱਗੀ ਹੈ, ਬਾਹਰ ਜਾਓ, 2 ਰੁਪਏ ਤੁਹਾਡੇ ਕੋਲ ਨਹੀਂ ਤੇ ਪਾਣੀ ਦਾ ਗਿਲਾਸ ਨਹੀਂ ਮਿਲੇਗਾ। ਕਿਧਰੇ ਇੱਕ ਥਾਂ ਤੋਂ 4 ਕਦਮ ਚੱਲਣਾ ਹੋਵੇ, ਜੇਕਰ ਬੱਸ ਵੀ ਚੜੋ 5 ਰੁਪਏ ਨਹੀਂ ਹੋਣਗੇ ਤਾਂ ਉਹ ਨਹੀਂ ਬਿਠਾਵੇਗਾ। ਦੁਨੀਆ ਦੇ ਕਾਰ ਵਿਹਾਰ ਮਾਇਆ ਤੇ ਟਿਕੇ ਹੋਏ ਨੇ, ਪਰ ਮਾਇਆ ਬਹੁਤ ਕੁਝ ਹੋ ਸਕਦੀ ਹੈ, ਸਭ ਕੁਝ ਨਹੀਂ। ਇਸ ਨੂੰ ਜੀਵਨ ਦਾ ਸਾਧਨ ਸਮਝਿਆ ਜਾਵੇ ਤੇ ਮਨੁੱਖ ਸੁਖੀ ਰਹਿੰਦਾ ਹੈ। ਜੇਕਰ ਇਸ ਨੂੰ ਇਕੱਠੀ ਕਰਨ ਦੇ ਵਿੱਚ ਲੱਗਿਆ ਤੇ ਉਦੋਂ ਤੋਂ ਹੀ ਦੁਖੀ ਹੋਣਾ ਆਰੰਭ ਹੋ ਜਾਂਦਾ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਭ੍ਰਮੰਤਾ। ਜਿਸ ਦੇ ਕੋਲ ਘਟ ਹੈ ਉਹ ਵਧਾਉਣ ਦੇ ਵਿੱਚ ਲੱਗਾ ਹੋਇਆ ਹੈ, ਜਿਸ ਦੇ ਵਿੱਚ ਬਹੁਤ ਹੈ ਉਸ ਨੂੰ ਸਾਂਭਣ ਦੇ ਵਿੱਚ ਲੱਗਿਆ ਹੋਇਆ ਹੈ। ਕਿਧਰੇ ਕੋਈ ਛਾਪਾ ਨਾ ਪੈ ਜਾਵੇ, ਰੈਡ ਨਾ ਪੈ ਜਾਵੇ, ਕੋਈ ਇਸ ਨੂੰ ਚੋਰੀ ਨਾ ਕਰ ਲਵੇ। ਹਰ ਵੇਲੇ ਉਸ ਚਿੰਤਾ ਦੇ ਵਿੱਚ ਫਸਿਆ ਰਹਿੰਦਾ ਹੈ। ਪਰ ਮਹਾਰਾਜ ਕਹਿੰਦੇ ਦੁਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਇਹਨਾਂ ਦੋਹਾਂ ਅਵਸਥਾਵਾਂ ਤੋਂ ਨਾ ਜ਼ਿਆਦਾ ਹੋਵੇ ਨਾ ਘਟ ਹੋਵੇ। ਕਬੀਰ ਸਾਹਿਬ ਕਹਿੰਦੇ ਸਾਈਂ ਇਤਨਾ ਦੀਜੀਏ ਜਾਂ ਮੈਂ ਕੁਟਮ ਸਮਾਏ, ਮੈਂ ਵੀ ਭੂਖਾ ਨਾ ਰਹੂੰ ਸਾਧੂ ਵੀ ਭੂਖਾ ਨਾ ਜਾਏ। ਬਸ ਇੰਨਾ ਕੁ ਦੇ ਵੀ ਮੇਰਾ ਗੁਜ਼ਾਰਾ ਚੰਗੀ ਤਰ੍ਹਾਂ ਚੱਲੇ। ਕੋਈ ਮੇਰੇ ਕੋਲ ਭਰਾਉਣਾ ਆਉਂਦਾ ਹੈ, ਸੰਤ ਸਾਧੂ ਆਉਂਦਾ ਹੈ, ਉਸ ਨੂੰ ਵੀ ਪ੍ਰਸਾਦਾ, ਦਾਲ ਪ੍ਰਸਾਦਾ ਚੰਗੀ ਤਰ੍ਹਾਂ ਮਿਲ ਜਾਵੇ। ਬਸ ਇਕੱਠੇ ਕਰਨ ਦੀ ਲੋੜ ਨਹੀਂ। ਐਸ ਕਰਕੇ ਸਭ ਤੋਂ ਸੱਚਾ ਸਹਾਰਾ ਓਟ ਕਿਹੜੀ ਹੈ? ਹਰੀ ਪਰਮਾਤਮਾ ਵਾਹਿਗੁਰੂ। ਹੇ ਮੇਰੇ ਮਨ, ਸੰਬੋਧਨ ਹੈ ਮੇਰੇ ਮਨ, ਮੈਂ ਤੈਨੂੰ ਸੱਚੀ ਆਖਦਾ ਹਾਂ ਕਿ ਉਸ ਹਰੀ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਰਹੋ। ਕਿਉਂ? ਕਿਉਂਕਿ ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ। ਉਕਤ ਸਿਆਣਪ,
ਚਲਾਕੀਆਂ, ਚਤੁਰਾਈਆਂ, ਫਰੇਬ, ਛਲ, ਕਪਟ, ਜਿਸ ਦੇ ਨਾਲ ਲੋਕਾਂ ਨੂੰ ਭਰਮਾਉਂਦਾ ਹੈ। ਕਬੀਰ ਸਾਹਿਬ ਕਹਿੰਦੇ ਬਹੁ ਪਰਪੰਚ ਕਰ ਪਰਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਿਉਂ? ਕਿਉਂਕਿ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਜਿਨ੍ਹਾਂ ਵਾਸਤੇ ਛਲ, ਕਪਟ, ਫਰੇਬ, ਚੋਰੀ ਯਾਰੀ ਕਰਦਾ ਹੈ, ਦਿਨ ਰਾਤ ਝੂਠ ਬੋਲਦਾ ਹੈ, ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਇਹ ਤੇਰੇ ਕਰਮਾਂ ਦੇ ਲੇਖੇ ਦੇ ਵਿੱਚ ਲਿਖੇ ਜਾਣਗੇ, ਤੇਰੀ ਫਾਈਲ ਵਿੱਚ ਨੋਟ ਹੋਣਗੇ ਸਾਰੇ, ਤੇ ਉਹਨਾਂ ਦਾ ਭੁਗਤਾਨ ਤੈਨੂੰ ਹੀ ਕਰਨਾ ਪਵੇਗਾ, ਹੋਰ ਕੋਈ ਭੁਗਤਾਨ ਨਹੀਂ ਕਰ ਸਕਦਾ। ਐਸ ਕਰਕੇ ਸਾਰੀਆਂ ਚਤੁਰਾਈਆਂ, ਸਿਆਣਪਾਂ ਛੱਡ ਦੇ, ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਤੇ ਮਹਾਰਾਜ ਕਹਿੰਦੇ ਉਕਤ ਸਿਆਣਪ ਕਛੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ। हे ਪ੍ਰਮਾਤਮਾ, ਮੈਂ ਕੋਈ ਸਿਆਣਪ ਨਹੀਂ ਜਾਣਦਾ, ਕੋਈ ਚਤੁਰਾਈ ਨਹੀਂ ਜਾਣਦਾ। ਕਿਉਂ? ਕਾਰਨ ਕੀ ਹੈ? ਕਿਉਂਕਿ ਚਤੁਰਾਈਆਂ ਦੇ ਨਾਲ ਉਹ ਪ੍ਰਮਾਤਮਾ ਨਹੀਂ ਪਤੀਜਦਾ। ਝੂਠ, ਫਰੇਬ, ਪਖੰਡ ਦੇ ਨਾਲ ਦੁਨਿਆਵੀ ਮਨੁੱਖ ਨੂੰ ਤੁਸੀਂ ਬਹਿਕਾ ਸਕਦੇ ਹੋ, ਉਸ ਨੂੰ ਆਪਣਾ ਮਤਲਬ ਕੱਢ ਸਕਦੇ ਹੋ ਉਸਦੇ ਕੋਲੋਂ, ਪਰ ਪਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ, ਸਭ ਕੁਝ ਜਾਣਦਾ ਹੈ। ਬ੍ਰਹਮ ਮੇਰਾ ਅੰਤਰਜਾਮੀ ਜਾਨ, ਉਹ ਤੇ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ। ਐਸ ਕਰਕੇ ਉਸਦੇ ਅੱਗੇ ਕੋਈ ਸਿਆਣਪ ਨਾ ਚਲਾ, ਕੋਈ ਚਤੁਰਾਈ ਨਾ ਖੇਡ। ਉਕਤ ਸਿਆਣਪ ਕਛੂ ਨਹੀਂ, ਨਾ ਹੀ ਕਛ ਗਾਲ, ਬ੍ਰਹਮ ਬੈ ਰਾਖੋ ਮੋਹ ਤੇ ਕਾਟੋ ਜਮਜਾਲ। हे ਅਕਾਲ ਪੁਰਖ ਪ੍ਰਮਾਤਮਾ, ਇਹਨਾਂ ਜਮਾਂ ਦੇ ਜਾਲ ਤੋਂ, ਦੁਨਿਆਵੀ ਪਦਾਰਥ, ਦੁਨਿਆਵੀ ਸਾਖ ਸੰਬੰਧਾਂ ਦੇ ਮੋਹ ਤੋਂ ਮੈਨੂੰ ਬਚਾ ਲੈ। ਕਿਉਂਕਿ ਸਾਰਿਆਂ ਨੇ ਸੰਸਾਰ ਦੇ ਵਿੱਚ ਹੀ ਰਹਿ ਜਾਣਾ ਹੈ, ਸਿਰਫ ਤੇ ਸਿਰਫ ਤੇਰਾ ਨਾਮ ਹੀ ਨਾਲ ਜਾਣਾ ਹੈ। ਅੱਗੇ ਪੌੜੀ ਦੀ ਪ੍ਰਾਰੰਭਤਾ ਹੈ। ਸੱਸਾ ਸਿਆਣਪ ਛਾੜ ਇਆਨਾ। ਕਿਉਂਕਿ ਇਹ 52 ਅੱਖਰੀ ਦੇ ਵਿੱਚ ਮਹਾਰਾਜ ਨੇ ਬੜੀ ਸੁਚੱਜਤਾ, ਬੜੀ ਸਾਵਧਾਨੀ ਵਰਤੀ ਹੈ। ਸ਼ਲੋਕ ਦਾ ਜਿਹੜਾ ਵਿਸਤਾਰ ਹੈ ਉਹ ਪੌੜੀ ਦੇ ਵਿੱਚ ਕੀਤਾ ਹੈ। ਐਸੇ ਤਰ੍ਹਾਂ ਹੀ ਇਸ ਦੀ ਮਿਲਦੀ ਜੁਲਦੀ ਜੈਤ ਸਰੀ ਦੀ ਵਾਰ ਮਹਾਰਾਜ ਨੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ। ਉਸ ਦੇ ਵਿੱਚ ਪਹਿਲਾਂ ਸ਼ਲੋਕ ਹੈ, ਉਸ ਤੋਂ ਬਾਅਦ ਪੌੜੀ। ਸ਼ਲੋਕ ਦਾ ਖੁਲਾਸਾ ਪੌੜੀ ਦੇ ਵਿੱਚ ਕੀਤਾ ਹੋਇਆ ਹੈ। ਤੇ ਮਰ ਗਏ ਸੱਸਾ ਸਿਆਣਪ ਛਾੜ ਇਆਨਾ। हे ਮੇਰੇ ਅਣਜਾਣ ਮਨ, हे ਮੇਰੇ ਭੋਲੇ ਮਨ, ਸਿਆਣਪਾਂ ਛੱਡ ਦੇ। ਕਿਉਂ? ਕਿਉਂਕਿ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਸੁਖ ਤੈਨੂੰ ਉਸ ਦੇ ਵਿੱਚ ਹੀ ਮਿਲੇਗਾ ਜੋ ਪਰਮਾਤਮਾ ਦਾਤ ਦੇ ਰਿਹਾ ਹੈ। ਦੁਨਿਆਵੀ ਮਨੁੱਖ ਦਾ ਓਟ ਆਸਰਾ ਲੈ ਕੇ, ਚਾਪਲੂਸੀ ਕਰਕੇ, ਗੁਲਾਮੀ ਕਰਕੇ, ਜਾਂ ਝੂਠ ਫਰੇਬ ਤੋਂ ਕਮਾਇਆ ਧਨ ਪਦਾਰਥ, ਉਸ ਤੋਂ ਤੈਨੂੰ ਸੁਖ ਨਹੀਂ ਮਿਲ ਸਕਦਾ। ਐਸ ਕਰਕੇ ਮਹਾਰਾਜ ਕਹਿੰਦੇ ਹਰ ਰੁੱਖੀ ਰੋਟੀ ਖਾਏ ਸੰਭਾਲੇ। ਜੇਕਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੈ ਤੇ ਰੁੱਖੀ ਰੋਟੀ ਦੇ ਵਿੱਚ ਹੀ ਸਵਾਦ ਆਉਂਦਾ ਹੈ, ਆਨੰਦ ਬਣ ਜਾਂਦਾ ਹੈ। ਜੇਕਰ ਨਾਮ ਹਿਰਦੇ ਵਿੱਚ ਨਹੀਂ ਤੇ ਮਹਿਲ ਮਾੜੀਆਂ ਕਿਸੇ ਕੰਮ ਦੀ ਨਹੀਂ। ਦੂਜੇ ਪਾਸੇ ਜੇਕਰ ਨਾਮ ਹਿਰਦੇ ਵਿੱਚ ਹੈ ਤੇ ਕਹਿੰਦੇ ਨੇ ਇੱਕ ਝੁੱਗੀ ਦੇ ਵਿੱਚ ਹੀ ਉਸ ਨੂੰ ਆਨੰਦ ਬਣ ਸਕਦਾ ਹੈ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤੇ ਹੀ ਕਾਜ ਨਾ ਧੋਲ ਹਰ ਬਿਸਰਾਏ। ਜੇਕਰ ਹਰੀ ਪਰਮਾਤਮਾ ਵਿਸਰ ਗਿਆ, ਭੁੱਲ ਗਿਆ, ਤੇ ਉਹ ਮਹਿਲ ਮਾੜੀਆਂ ਕਿਸੇ ਕੰਮ ਦੀਆਂ ਨਹੀਂ। ਕਿਉਂਕਿ ਪਰਮਾਤਮਾ ਦਾ ਨਾਮ ਜਿੱਥੇ ਨਹੀਂ, ਉੱਥੇ ਮਨੁੱਖਾਂ ਦਾ ਨਹੀਂ, ਭੂਤਾਂ ਦਾ ਵਾਸਾ ਹੈ। ਭੂਤ ਕੌਣ ਨੇ? ਜਿਹੜੇ ਨਾਮ ਨਹੀਂ ਜਪਦੇ।
ਮਨੁੱਖ ਨੂੰ ਮਨੁੱਖ ਬਣਾਉਣ ਵਾਲਾ ਸਿਰਫ ਨਾਮ ਹੈ, ਸਿਮਰਨ ਹੈ, ਸਤਸੰਗਤ ਹੈ। ਬਾਕੀ ਦੇ ਸਾਰੇ ਕੰਮ, ਆਪਣਾ ਪੇਟ ਭਰਨਾ, ਬੱਚੇ ਪੈਦਾ ਕਰਨਾ, ਉਹਨਾਂ ਦੀ ਪਾਲਣਾ ਪੋਸ਼ਣਾ ਕਰਨਾ, ਪਸ਼ੂ ਪੰਛੀ ਵੀ ਕਰਦੇ ਨੇ। ਹੱਥ ਪੈਰ ਸਾਰਿਆਂ ਦੇ ਹੁੰਦੇ ਨੇ, ਸਾਰੇ ਸੌਂਦੇ ਤੇ ਜਾਗਦੇ ਨੇ, ਤੇ ਆਪਣੀ ਰੋਜੀ ਰੋਟੀ ਵੀ ਸਾਰੇ ਕਮਾਉਂਦੇ ਨੇ, ਕੋਈ ਭੁੱਖਾ ਨਹੀਂ ਹੁੰਦਾ। ਉਹ ਗੱਲ ਵੱਖਰੀ ਹੈ, ਕੋਈ ਪਸ਼ੂ ਪੰਛੀ ਆਪਣੇ ਭਵਿੱਖ ਵਾਸਤੇ ਨਹੀਂ ਜੋੜਦਾ, ਉਸ ਨੂੰ ਚਿੰਤਾ ਨਹੀਂ। ਪਰਮਾਤਮਾ ਤੇ ਅਟਲ ਭਰੋਸਾ, ਅੱਜ ਮਿਲ ਗਿਆ, ਜਿਸ ਨੇ ਅੱਜ ਦਿੱਤਾ ਉਹੀ ਕੱਲ ਨੂੰ ਦੇਵੇਗਾ। ਪਰ ਮਨੁੱਖ ਨੂੰ ਪਰਮਾਤਮਾ ਤੇ ਭਰੋਸਾ ਨਹੀਂ। ਉਹ ਤੇ ਆਪਣੇ ਬੱਚਿਆਂ ਵਾਸਤੇ, ਕਈ ਪੀੜ੍ਹੀਆਂ ਵਾਸਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁੰਦਾ ਕੀ ਹੈ, ਕੋਟ ਜੋਰ ਹੈ, लाख करोड़ है, मन्ना हो रहा है, पर पर ही को लुझी है, तृष्णा बिरले ही की बुझी है। किसे बिरले दी बुझदी है? बुझदी कदा तृष्णा बूझ है हर कै नाम। हरि परमात्मा वाहेगुरु दे नाम दे नाल ये तृष्णा बुझदी है। ते मारा कहे सस्सा सियानप छाड़ इयाना, हिकमत हुकम ना प्रभ पतियाना। ਸੰਸਾਰ ਦੇ ਵਿੱਚ ਸੰਸਾਰੀ ਜੀਵ ਇੱਕ ਦੇ ਉੱਤੇ 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 ਉਸਦੇ ਉਹਦੇ ਉੱਤੇ ਉਸਦੇ ਉੱਤੇ ਹੋਰ ਵੱਡਾ ਹੋਰ ਵੱਡਾ ਹੋਰ ਵੱਡਾ ਕੋਈ ਨਾ ਕੋਈ ਅਧਿਕਾਰੀ ਹੈ। ਛੋਟੇ ਦੇ ਉੱਤੇ ਵੱਡੇ ਦਾ ਹੁਕਮ ਚੱਲਦਾ ਹੈ, ਜੂਨੀਅਰ ਦੇ ਉੱਤੇ ਸੀਨੀਅਰ ਦਾ ਹੁਕਮ ਚੱਲਦਾ ਹੈ, ਆਰਡਰ ਮੰਨਦਾ ਹੈ ਉਹ। ਪਰ ਉਹ ਅਕਾਲ ਪੁਰਖ ਪ੍ਰਮਾਤਮਾ ਹਿਕਮਤ ਹੁਕਮ ਨਾ ਪ੍ਰਭ ਪਤਿਆਨਾ, किसी हिकमत दे नाल, किसी चतुराई दे नाल, किसी फरेब दे नाल ਜਾਂ किसी योगता ਨੂੰ ਲਾ ਲਓ। ਜਿੰਨਾ ਮਰਜੀ ਪੜਾ ਲਿਖਾ ਹੋਵੇ, ਕੋਈ ਪਰਮਾਤਮਾ ਦੇ ਉੱਤੇ ਹੁਕਮ ਨਹੀਂ ਚਲਾ ਸਕਦਾ। ਤੇ ਉਸ ਦਾ ਹੁਕਮ ਸਾਰੀ ਸ੍ਰਿਸ਼ਟੀ ਦੇ ਉੱਤੇ ਚੱਲਦਾ ਪਿਆ। ਇਹ ਸਾਰੇ ਚੰਦਰਮਾ, ਸੂਰਜ, ਨਦੀ, ਨਾਲੇ, ਹਵਾ, ਅੱਗ, ਸਾਰੇ ਉਸਦੇ ਹੁਕਮ ਦੇ ਵਿੱਚ ਨੇ। ਕੋਈ ਉਸਦੀ ਹੁਕਮ ਅਦੋਲੀ ਨਹੀਂ ਕਰ ਸਕਦਾ। ਇੱਕ ਕ੍ਰਮ ਬਣਿਆ ਹੋਇਆ ਹੈ, ਆਪਣੇ ਆਪਣੇ ਕ੍ਰਮ ਅਨੁਸਾਰ ਸਾਰੇ ਆਪਣੀ ਡਿਊਟੀ ਨਿਭਾਈ ਜਾਂਦੇ ਨੇ। ਇਸ ਕਰਕੇ ਮਾਰੇ ਗਏ ਹਿਕਮਤ ਕਰਮ ਮਿਲੇ ਤਾਂ ਪਾਈ, ਔਰ ਹਿਕਮਤ ਹੁਕਮ ਖੁਆਰ। लाख हिकमती जानिए आगे तिल नहीं मानिए। फिर कहते हैं पुराब खाम कुजै, हिकमत खुदाया। ये सारी हिकमत अकाल पुरख परमात्मा खुदा दी है, किसी मनुख की हिकमत नहीं चल सकती। तो हिकमत हुकम ना प्रभ पतियाना, किसी दे सियाणप दे नाल, किसी हुकम दे नाल वो परमात्मा नहीं पतीजदा। सहज भांत करे चतुराई, क्योंकि मनुख का सुभाव है ये अपनी मत नूं शब्दों उत्ते रखता है। किसी दे नाल गलबात करेगा तो सोचेगा ये मेरी गल सुने, अपनी गल मनवाउंदा है। वो भावें झूठी होवे, बहसेगा, बार बार आखेगा, पर चतुराई सियाणप दे नाल हमेशा ही अपने आप नूं उत्ते रखना चाहुंदा है, अनेका प्रकार तो। पर मारे के सहज सियाणपा जे होए तां इक ना चले नाल, फैसला करता गुरु नानक देव महाराज ने पहली पौड़ी दे विच। भावें तू सैकड़े भावें हजारां ही सियाणपा चतुराइयां कर लै, पर किसी चतुराई तेरे नाल नहीं जाना। उत्ते सच्चो ही सच निबड़ै, चुणव कढ़े जजमालिया। थाऊ ना पायन कूड़ियार, कूड़ियां नूं उत्ते थां नहीं। संसार दे विच भावें वो रुतबा बुलंद होवे उन्हां दा, जिन्नी मर्जी वड्डी उन्हां दे कोल ताकत होवे, पर परमात्मा दरबार विच नहीं चल सकती। सहस भांत करे चतुराई, संग तुहारै
ਏਕ ਨਾ ਜਾਈ। ਭਾਵੇਂ ਹਜ਼ਾਰਾਂ ਚਤੁਰਾਈਆਂ ਕਰ ਲੈ, ਪਰ ਉਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਜਾਵੇਗੀ। ਮਨੁੱਖ ਤੇ ਹਰ ਵੇਲੇ ਚਾਹੁੰਦਾ ਹੈ ਸੰਸਾਰ ਦੇ ਵਿੱਚ ਸਿਰਫ ਮੇਰਾ ਹੀ ਬੋਲਬਾਲਾ ਹੋਵੇ, ਮੇਰਾ ਹੁਕਮ ਸਾਰੇ ਮੰਨਣ, ਪਰ ਇਹ ਭੁੱਲ ਜਾਂਦਾ ਹੈ ਇਹ ਹੰਕਾਰ, ਇਹ ਈਗੋ, ਇਹ ਅਭਿਮਾਨ ਹੀ ਨਾਸ਼ ਦਾ ਕਾਰਨ ਬਣਦਾ ਹੈ। ਕਿਉਂਕਿ ਹੁਣ ਦੁਸਹਿਰਾ ਆ ਰਿਹਾ ਹੈ, ਆਪ ਜੀ ਸਾਰੇ ਰਾਮਾਇਣ ਦੀ ਇਤਿਹਾਸ ਤੋਂ ਵਾਕਿਫ ਹੋ। ਰਾਵਣ ਵਰਗਾ ਗਿਆਨੀ, ਉਸਦੇ ਵਰਗਾ ਅੱਗੇ ਦੀ ਸੋਚ ਰੱਖਣ ਵਾਲਾ ਤੇ ਉਸਦੇ ਵਰਗਾ ਸ਼ਕਤੀਸ਼ਾਲੀ, ਜਿਸ ਨੂੰ 4 ਵੇਦ, 6 ਸ਼ਾਸਤਰ, 18 ਪੁਰਾਣ ਕੰਠ ਸਨ। ਕਹਿੰਦੇ ਨੇ ਕਾਲ ਨੂੰ ਵੀ, ਜਿਸ ਕਾਲ ਦੇ ਵਸ ਵਿੱਚ ਸਾਰਾ ਸੰਸਾਰ ਹੈ, ਉਸ ਨੂੰ ਵੀ ਉਸਨੇ ਆਪਣੇ ਪਾਵੇ ਨਾਲ ਬਨ ਕੇ ਰੱਖਿਆ। ਤੇ ਪ੍ਰਤਾਪ ਕਿੰਨਾ ਸੀ, ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਇੰਨਾ ਤੇਜ ਪ੍ਰਤਾਪ। ਤੇ ਟੱਬਰ 1 ਲੱਖ ਪੂਤ 1.25 ਲੱਖ ਨਾਤੀ। ਇੰਨਾ ਵੱਡਾ ਟੱਬਰ ਜਿਸਦਾ ਹੋਵੇ, ਪਰ ਅਖੀਰ ਕੀ ਹੋਇਆ? ਤੇ ਰਾਵਣ ਘਰ ਦੀਆ ਨਾ ਬਾਤੀ। ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ। ਕਾਰਨ ਕੀ ਸੀ? ਅਹੰਕਾਰ। ਕਿਉਂਕਿ 5 ਵਿਕਾਰ ਨੇ ਮਨੁੱਖ ਦੇ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਜੇਕਰ ਹੰਕਾਰ ਨੂੰ ਛੱਡ ਕੇ ਚਾਰੇ ਨੂੰ ਵਸ ਵਿੱਚ ਵੀ ਕਰ ਲਵੇ, ਕਾਬੂ ਵਿੱਚ ਵੀ ਕਰ ਲਵੇ, ਇੱਕੋ ਹੰਕਾਰ ਬਹੁਤ ਹੈ ਸਾਰਿਆਂ ਨੂੰ ਆਪਣੇ ਮਗਰ ਲਾਉਣ ਵਾਸਤੇ। ਮਨੁੱਖ ਪਾਠ ਪੂਜਾ ਕਰਦਾ ਹੈ ਹੰਕਾਰ ਘਟ ਕਰਨ ਵਾਸਤੇ, ਕਿਉਂਕਿ ਮਹਾਰਾਜ ਨੇ ਸੇਵਾ ਨੂੰ ਮੁੱਖ ਕਿਉਂ ਰੱਖਿਆ? ਸਿੱਖ ਸੇਵਾ ਕਰੇਗਾ, ਉਹ ਸੇਵਾ ਭਾਵੇਂ ਜੋੜਿਆਂ ਦੀ ਹੋਵੇ, ਲੰਗਰ ਦੀ ਹੋਵੇ, ਝਾੜੂ ਪੋਚੇ ਦੀ ਹੋਵੇ, ਕੋਈ ਵੀ ਸੇਵਾ ਹੋਵੇ, ਸੇਵਾ ਕਰਨ ਦੇ ਨਾਲ ਮਨ ਨੀਵਾਂ ਹੁੰਦਾ ਹੈ, ਨਿਮਰਤਾ ਆਉਂਦੀ ਹੈ ਸੇਵਾ ਭਾਵ ਦੇ ਵਿੱਚ। ਇਸ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਨੂੰ ਮੁੱਖ ਰੱਖਿਆ ਹੋਇਆ ਹੈ। ਤੇ ਇੱਕੋ ਇੱਕ ਹੰਕਾਰ ਹੈ। ਜੇਕਰ ਭਗਤੀ ਕਰਦਾ ਹੈ, ਨਿਤਨੇਮ ਕਰਦਾ ਹੈ, ਪਾਠ ਕਰਦਾ ਹੈ, ਗੁਰੂ ਘਰ ਵਿੱਚ ਆਉਂਦਾ ਹੈ, ਤੇ ਚੌੜਾ ਹੋ ਕਰਕੇ ਆਖਦਾ ਅੱਜ ਮੈਂ ਇੰਨੇ ਪਾਠ ਸੁਖਮਨੀ ਸਾਹਿਬ ਦੇ ਕੀਤੇ ਨੇ। ਤੇ ਉਹਨਾਂ ਪਾਠਾਂ ਦਾ ਲਾਭ ਕੀ? ਮਹਾਰਾਜ ਤੇ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਜਿਨ ਹਰ ਪਾਇਆ ਤਿਨੇ ਛਪਾਇਆ। ਜਿਨ੍ਹਾਂ ਨੂੰ ਅਸਲ ਦੇ ਵਿੱਚ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਦੱਸਣ ਜੋਗੇ ਨਹੀਂ ਰਹਿੰਦੇ। ਕਿਉਂਕਿ ਆਪਣੇ ਆਪ ਨੂੰ ਸੰਸਾਰਿਕ ਲੋਕ ਉਹਨਾਂ ਨੂੰ ਪਾਗਲ ਸਮਝਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੋਂ ਤੱਕ ਲਿਆ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ दीवाना ਸਾਹ ਕਾ ਨਾਨਕ ਬੋਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਮੈਂ ਤੇ ਹਰੀ ਪਰਮਾਤਮਾ ਤੋਂ ਇਲਾਵਾ ਕਿਸੇ ਨੂੰ ਜਾਣਦਾ ਹੀ ਨਹੀਂ। ਮੇਰੀ ਜਾਣ ਪਛਾਣ ਹੀ ਹਰੀ ਪਰਮਾਤਮਾ ਵਾਹਿਗੁਰੂ ਦੇ ਨਾਲ ਹੈ, ਹੋਰ ਕਿਸ ਦੇ ਨਾਲ ਸਾਂਝ ਨਹੀਂ। ਕਿਉਂਕਿ ਦੁਨਿਆਵੀ ਮਨੁੱਖਾਂ ਦੇ ਨਾਲ ਸਾਂਝ ਪਾਣ ਦੇ ਨਾਲ ਜੀਉਂਦਿਆਂ ਜੀ ਉਹ ਕੰਮ ਆ ਸਕਦੇ ਨੇ, ਮਰਨ ਤੋਂ ਬਾਅਦ ਕੋਈ ਕੰਮ ਨਹੀਂ ਆ ਸਕਦਾ। ਜਿੰਨਾ ਮਰਜੀ ਧਨ ਪਦਾਰਥ ਕਮਾ ਲੈ, ਕੋਈ ਲਾਭ ਨਹੀਂ ਹੋਵੇਗਾ। ਸੰਸਾਰ ਦੇ ਵਿੱਚ ਸਿਕੰਦਰ ਵਰਗੇ ਆਏ,
ਜਿਨ੍ਹਾਂ ਦਾ ਸੁਪਨਾ ਸੀ ਵੀ ਮੈਂ ਪੂਰੇ ਸੰਸਾਰ ਦੇ ਉੱਤੇ ਜਿੱਤ ਪ੍ਰਾਪਤ ਕਰਾਂ, ਤੇ ਮਨ ਵਿੱਚ ਆਇਆ ਕਿਉਂ ਨਾ ਅਮਰ ਹੋ ਜਾਵਾਂ। ਸੁਣਿਆ ਕੋਈ ਦੂਰ ਪਹਾੜੀ ਹੈ, ਉੱਥੇ ਕੋਈ ਛੱਪੜੀ ਹੈ ਛੋਟੀ ਜਿਹੀ, ਉਹ ਅੰਮ੍ਰਿਤ ਕੁੰਡ ਹੈ, ਜਿਹੜਾ ਉਸ ਦੇ ਵਿੱਚ ਇਸ਼ਨਾਨ ਇੱਕ ਵਾਰੀ ਕਰ ਲੈਂਦਾ ਉਹ ਅਮਰ ਹੋ ਜਾਂਦਾ ਹੈ। ਦੁਨੀਆ ਦਾ ਬਾਦਸ਼ਾਹ ਕਹਿੰਦੇ ਪਹੁੰਚ ਗਿਆ। ਕਹਿੰਦੇ ਉੱਥੇ ਇੱਕ ਬਹੁਤ ਬਜ਼ੁਰਗ ਸੀ, ਉਹ ਕੰਢੇ ਤੇ ਬੈਠਾ ਸੀ। ਜਦੋਂ ਇਹ ਸਿਕੰਦਰ ਅੰਦਰ ਜਾਣ ਲੱਗਾ, ਕਹਿਣ ਲੱਗਾ ਨਾ, ਇਹੋ ਜਿਹੀ ਭੁੱਲ ਨਹੀਂ ਕਰਨੀ। ਕਹਿੰਦੇ ਕਿਉਂ? ਮੈਂ ਦੁਨੀਆ ਦਾ ਬਾਦਸ਼ਾਹ ਹਾਂ, ਮੈਂ ਅਮਰ ਹੋਣਾ ਚਾਹੁੰਦਾ ਹਾਂ। ਕਹਿੰਦੇ ਮੇਰੇ ਵੀ ਇਹੀ ਲਾਲਸਾ ਸੀ, ਕਦੇ ਮੈਂ ਵੀ ਪੂਰੇ ਸੰਸਾਰ ਤੋਂ ਜਿੱਤ ਪ੍ਰਾਪਤ ਕੀਤੀ ਸੀ, ਤੇ ਮੇਰਾ ਵੀ ਮਨੋਰਥ ਸੀ ਅਮਰ ਹੋਣ ਦਾ। ਮੈਂ ਇਸ ਕੁੰਡ ਦੇ ਵਿੱਚ ਇਸ਼ਨਾਨ ਕੀਤਾ, ਤੇ ਅੱਜ ਮੇਰੀ ਇਹ ਦਸ਼ਾ ਹੈ, ਮੈਂ ਮੌਤ ਨੂੰ ਚਾਹੁੰਦਾ ਹਾਂ, ਪਰ ਮੌਤ ਮੇਰੇ ਨੇੜੇ ਨਹੀਂ ਆਉਂਦੀ। ਮੈਂ ਬਹੁਤ ਦੁਖੀ ਹਾਂ, ਇਸ ਕਰਕੇ ਮੇਰੀ ਗੱਲ ਮੰਨ, ਵਾਪਸ ਹੋ ਜਾ। ਸਿਕੰਦਰ ਤੋਂ ਵਾਪਸ ਪਰਤੇ ਆ। ਕਹਿਣ ਤੋਂ ਭਾਵ ਭਾਵੇਂ ਸਹਿਜ ਸਿਆਣਪ, ਸਹਿਜ ਬਾਤ ਕਰੇ ਚਤੁਰਾਈ, ਅਨੇਕਾਂ ਪ੍ਰਕਾਰ ਤੋਂ ਚਤੁਰਾਈਆਂ ਕਰਦਾ ਹੈ, ਸਿਆਣਪਾਂ ਕਰਦਾ ਹੈ, ਆਪਣੇ ਆਪ ਨੂੰ ਬਹੁਤਾ ਹੀ ਅਕਲਮੰਦ ਸਮਝਦਾ ਹੈ, ਪਰ ਸੰਗ ਤੁਹਾਰੇ ਏਕ ਨਾ ਜਾਈ, ਇਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਜਾਉਣਾ। ਸੋਊ ਸੋਊ ਜਪ ਦਿਨ ਰਾਤੀ, ਸੋਊ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਸਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਮੂਲ ਮੰਤਰ ਦੇ ਵਿੱਚ ਉਸ ਦੀ ਰੂਪ ਰੇਖਾ ਬਣਾਈ ਹੈ, ਜਿਹੜਾ ਇੱਕ ਹੈ, ਇੱਕ ਓੰਕਾਰ ਇੱਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ कि एक हैं अनेक हैं, अनेक हैं फिर एक हैं, खेल खेल अखेल खेलन अंत को फिर एक। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੇ ਅਨੇਕਾਂ ਥਾਵਾਂ ਤੇ ਉਸ ਇੱਕ ਦੀ ਪਰਿਭਾਸ਼ਾ ਵੀ ਦਿੱਤੀ ਗਈ ਹੈ। ਦ੍ਰਿਸ਼ਟਾਂਤ ਦੇ ਦੇ ਕਰਕੇ ਮਹਾਰਾਜ ਨੇ ਸਮਝਾਉਣਾ ਵੀ ਕੀਤਾ ਹੈ। ਅਨੇਕਾਂ ਹੁੰਦਿਆਂ ਹੋਇਆਂ ਉਹ ਇੱਕ ਹੈ। अव्वल अल्लाह नूर उपाया, कुदरत के सब बंदे एक नूर ते सब जग उपजिया। कौन भले को मंदे, एक पिता एक कस के हम बारिक, तू मेरा गुरहाई सुन मीता, जियो हमारा बल बल जासी, हर दर्शन देव दिखाई। हमारे एक है हरि हरि, ਕਹਿਣ ਤੋਂ ਬਾਅਦ ਸੋਊ ਜਿਹੜਾ ਉਹ ਇੱਕ ਹੈ, ਇੱਕ ਓੰਕਾਰ ਹੈ, ਸਤਨਾਮ। ਸੰਸਾਰ ਦੇ ਵਿੱਚ ਜੋ ਵੀ ਦਿਸਦਾ ਹੈ ਸਭ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਤੇ ਕਹਿੰਦੇ ਕੂੜ ਕੂੜਾ ਨੇਹੋ ਲੱਗਾ, ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਅਖੀਰ ਵਿੱਚ ਕਹਿੰਦੇ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ, ਤੁਧਬਾਜ ਕੂੜੋ ਕੂੜ। ਤੁਧਬਾਜ ਮਤਲਬ ਤੈਥੋਂ ਇਲਾਵਾ ਸਾਰਾ ਸੰਸਾਰ ਕੂੜ ਦਾ ਹੀ ਪਸਾਰਾ, ਝੂਠ ਦਾ ਹੀ ਪਸਾਰਾ ਹੈ। ਇਹੀ ਕਾਰਨ ਹੈ ਉਹ ਇੱਕ ਹੈ, ਦਿਸਦਾ ਨਹੀਂ। ਜੋ ਦਿਸ ਰਿਹਾ ਹੈ ਉਹ ਨਾਸਵੰਤ ਹੈ, ਉਹ ਸੱਚਾ ਨਹੀਂ ਹੋ ਸਕਦਾ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇੱਕ ਦਿਨ ਉਸਨੇ ਨਸ਼ਟ ਹੋ ਜਾਣਾ ਹੈ। ਸਾਰਾ ਝੂਠ ਹੈ, ਇੱਕੋ ਇੱਕ ਪਰਮਾਤਮਾ ਦਾ ਨਾਮ ਸੱਚਾ ਹੈ। ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ। ਨਿਰਭਉ, ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ। ਕੋਈ ਜਿੰਨਾ ਮਰਜੀ ਵੱਡਾ ਅਮੀਰ ਹੋਵੇ, ਕੋਈ ਜਿੰਨਾ ਮਰਜੀ ਵੱਡਾ ਕ੍ਰਿਮੀਨਲ ਹੋਵੇ, ਜਿੰਨਾ ਮਰਜੀ ਕੋਈ ਰਾਜਨੀਤਿਕ ਹੋਵੇ,
ਪਰ ਸਾਰੇ ਉਸ ਤੋਂ ਥੱਲੇ ਨੇ, ਸਾਰੇ ਉਸ ਤੋਂ ਹੀ ਡਰਦੇ ਨੇ। ਉਹ ਨਹੀਂ ਡਰਦਾ, ਉਹ ਨਿਰਭਉ ਹੈ, ਨਿਰਵੈਰ, ਕਿਸੇ ਦੇ ਨਾਲ ਵੈਰ ਵੀ ਨਹੀਂ ਕਮਾਉਂਦਾ। ਭਾਵੇਂ ਕੋਈ ਗਾਲਾਂ ਕੱਢੇ, ਭਾਵੇਂ ਕੋਈ ਪੂਜਾ ਕਰੇ, ਧੁੱਪ ਸਾਰਿਆਂ ਨੂੰ ਇੱਕੋ ਵਰਗੀ ਮਿਲ ਰਹੀ ਹੈ, ਹਵਾ ਸਾਰਿਆਂ ਨੂੰ ਇੱਕੋ ਵਰਗੀ ਮਿਲ ਰਹੀ ਹੈ, ਪਾਣੀ ਸਾਰਿਆਂ ਨੂੰ ਮਿਲ ਰਿਹਾ ਹੈ। ਜੋ ਪ੍ਰਕਿਰਤੀ ਦੇ ਸਾਧਨ ਨੇ ਸਾਰੇ ਹੀ ਯੂਜ਼ ਕਰ ਰਹੇ, ਸਾਰੇ ਪ੍ਰਯੋਗ ਕਰ ਰਹੇ ਨੇ, ਉਹ ਕਿਸ ਦੇ ਨਾਲ ਵੈਰ ਭਾਵ ਨਹੀਂ ਰੱਖਦਾ। ਅਕਾਲ ਮੂਰਤ, ਸੰਸਾਰ ਦੇ ਵਿੱਚ ਜੋ ਦਿਸ ਰਿਹਾ ਉਹ ਕਾਲ ਦੇ ਵਸ ਵਿੱਚ ਹੈ, ਪਰ ਇੱਕੋ ਇੱਕ ਪਰਮਾਤਮਾ ਜੋ ਕਾਲ ਤੋਂ ਰਹਿਤ ਹੈ, ਅਕਾਲ ਹੈ, ਅਜੂਨੀ, ਕਿਸੇ ਜੂਨੀ ਵਿੱਚ ਨਹੀਂ ਆਉਂਦਾ। ਨਾ ਕਿ ਉਸ ਦਾ ਪਿਓ ਹੈ, ਨਾ ਮਾਂ ਹੈ, ਨਾ ਭੈਣ ਹੈ, ਨਾ ਭਰਾ ਹੈ, ਕਿਸੇ ਜੂਨੀ ਵਿੱਚ ਨਹੀਂ। ਸਹਿ ਭੰਗ, ਹਰ ਜੀਵ जैसे मात पिता बिन बाल ना होई, माता पिता तो बगैर संतान पैदा नहीं हो सकती। वो कोई भी योनि होवे, वो पैदा अपनी माँ के पेट तो हुंदा है। अंडज जेरस सेतज उत्भुज, ये वक्री वक्रियां खाणियां, पर पैदा सारे हुंदे ने। वो अकाल पुरख परमात्मा है जिहड़ा स्वतः प्रकाशमान है। कहंदे ने मिलदा किवें है? गुर प्रसाद, गुरु की कृपा द्वारा उसनों प्राप्त किया जा सकता है। ऐस करके सोऊ सोऊ जप दिन राती, दिन रात श्वास श्वास उस परमात्मा का जाप कर, उसका सिमरन कर। की होवेगा? रे जी चलै तुहारे साथी। दुनियावी पदार्थ नहीं जाणगे, उस परमात्मा का जपिया होया नाम ही तेरे नाल दरगाह दे विच जावेगा। जहां पंतरा को न सियानू, हर का नाम ते नाल पछानू। परमात्मा का नाम तेरे नाल होवेगा ते तैनू उत्थे रे रे दरगह कहे ना को आओ बैठ आदर सुख देव। कोई तैनू ओए ओए नहीं आखेगा, आओ जी बैठो जी, सत्कार मिलेगा दरगाह दे विच। कहने साध सेवा लावै जिह आपै, क्योंकि गुरबाणी दी जिहड़ी पहली सीढ़ी वो सेवा सिमरन है। जिस दे भी सेवा भाव आ गया वो गुरु दा प्यारा हुंदा है। जिस दे मन विच प्यार पैदा हो गया, जिन प्रेम कियो तिन ही प्रभ पायो। दिखावा नहीं, अंदरों एकाग्रता होनी चाहिए है, एकमिकता होनी चाहिए है। फिर कहते राम संत में भेद किछ नाही। जिसनों परमात्मा हर थां ते हाजर नाजर दिसदा, किसी दे नाल कोई गलत नहीं कर सकता, किसी दा माड़ा नहीं सोच सकता। ताइयों महाराज कहते ने दूसरे दा भला कर, हमेशा बुरा ना कर, ते बुरा सोच भी ना। की होवेगा? पर का बुरा ना राखो चीत, तुमको दुख नहीं भाई मीत। कोई दुख नहीं लगेगा तैनू, पर शर्त की है? दूजे का बुरा सोचना बंद कर दे। करना तो बहुत दूर की गल है, सोचना भी बंद कर दे। फरीद साहब कहते हैं, फरीदा बुरे दा भला कर। जेकर कोई तेरे नाल बुरा भी करदा तो उसका ही भला कर। गुस्सा मन ना हटाए, मन विच रोष ना कर, गुस्सा ना कर। देही रोग ना लग गई, पल्ले सब किछ पाए। गुस्सा ना करन ते, क्योंकि क्रोध जड़ा है, काम क्रोध काया को गल है। ज्यों कंचन सुहागा डाल है। जिमें सोने की बनावट दे विच सुहागा हुंदा, उसका टांका लाईदा है, उसकी चमक आउंदी है, उस तो बाद पॉलिश हुंदा है। ते कहंदे ने यही कम क्रोध करता है, गाल दिंदा शरीर नूं। काम ते क्रोध दोवें ही। ऐसे फरीद साहब सख्त हिदायत करते ने, कबीर ओ फरीदा बुरे दा भला कर, गुस्सा मन ना हटाए। देही रोग ना लग गई, तैनू कोई रोग नहीं लगेगा। फिर पल्ले सब कुछ पाए, सब कुछ तेरे पल्ले होवेगा। ऐस कर कहने साध सेवा लावै जे आपै। निबेड़ा इत्थे के सतसंगत दे विच आकर के सेवा कर। सतसंगत दे विच नाम जप सिमरन कर, गुरबाणी कीर्तन कथा सरवण कर। ते सिर्फ सरवण ही ना कर,
ਆਪਣੇ ਹਿਰਦੇ ਵੀ ਵਸਾਉ ਨਾ ਕਰ। ਪਰ ਇਹ ਦਾਤ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ। ਕਹਿੰਦੇ ਵਡਭਾਗੀ ਹਰ ਸੰਗਤ ਪਾਵੇਂ। ਸੌਭਾਗਸ਼ਾਲੀ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹ ਸਤ ਸੰਗਤ ਵਿੱਚ ਆਉਂਦੇ ਨੇ। ਭਾਗਹੀਨ ਬ੍ਰਹਮ ਚੋਟਾ ਖਾਵੇਂ। ਜਿਹੜੇ ਭਾਗਾਂ ਤੋਂ ਹੀਣੇ ਨੇ ਉਹ ਇੱਧਰ ਉੱਧਰ ਰੁਲਦੇ ਫਿਰਦੇ ਨੇ। ਪਰ ਕਹਿੰਦੇ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਚੰਗੇ ਭਾਗ ਨਹੀਂ ਤੇ ਸਤ ਸੰਗਤ ਨਹੀਂ ਮਿਲੇਗੀ। ਜੇ ਸਤ ਸੰਗਤ ਨਹੀਂ ਕੀਤੀ ਤੇ ਫਿਰ ਤੇਰੇ ਹਿਰਦੇ ਦੀ ਮੈਲ ਕਦੇ ਧੁੱਲ ਨਹੀਂ ਸਕਦੀ, ਹੋਰ ਵੱਧਦੀ ਜਾਵੇਗੀ। ਭਾਵੇਂ ਤੇਰੇ ਮਨ ਦੇ ਵਿੱਚ ਹੋਵੇ ਮੈਂ ਪਾਪ ਕਰਾਂ ਤੇ ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰ ਲਵਾਂ, ਪਾਪ ਧੁੱਲ ਜਾਣਗੇ, ਨਹੀਂ। ਉਹ ਪਾਪ ਤੂੰ ਕੀਤੇ ਨੇ ਪੰਜਾਂ ਦੇ ਵਸ ਵਿੱਚ ਹੋਕਰ ਪਾਪ ਕਰੇ। ਪੰਚਾਂ ਕੇ ਬਸਰੇ ਤੀਰਥ ਨਹਾਏ, ਕਹੇ ਸਭ ਉਤਰੇ। ਬਹੁਰ ਕਮਾਵੇ ਹੋਏ ਨਿਸੰਕ। ਨਿਡਰ ਹੋਕਰ ਕੇ ਕਮਾਉਂਦਾ ਹੈ। ਇੱਕ ਵਾਰੀ ਹੋਰ ਗੰਗਾ ਵਿੱਚ ਇਸ਼ਨਾਨ ਕਰ ਆਵਾਂਗੇ, ਪਰ ਨਹੀਂ ਹੁੰਦਾ। ਕੀ ਇਹ ਜੰਮਪੁਰ ਜਾਏ ਬੰਦੇ ਕਾਲੰਕ, ਫਿਰ ਜਮਾ ਦੀ ਫਾਈ ਗਲ ਵਿੱਚ ਪੈ ਜਾਂਦੀ ਹੈ। ਇਸ ਕਰਕੇ ਮੈਂ ਸਾਧ ਸੇਵਾ ਲਾਵੇ ਜਿਹੇ ਆਪੇ। ਜਿਸ ਨੂੰ ਕਿਰਪਾ ਕਰਕੇ ਸਤਸੰਗਤ ਦੇ ਵਿੱਚ ਪ੍ਰਮਾਤਮਾ ਜੋੜ ਦਵੇ, ਗੁਰੂ ਰਹਿਮਤ ਕਰ ਦਵੇ, ਨਾਨਕ ਤਾਕੋ ਦੁੱਖ ਨਾ ਵਿਆਪੈ। ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪੰਚਮ ਪਾਤਸ਼ਾਹ ਜੀ, ਕਿ ਉਸ ਨੂੰ ਕੋਈ ਦੁੱਖ ਕਲੇਸ਼ ਨਹੀਂ ਵਿਆਪਦਾ। ਕਿਉਂਕਿ ਦੁੱਖ ਵਿਛੋੜੇ ਵਿੱਚ ਹੈ, ਮਿਲਣ ਦੇ ਵਿੱਚ ਸਾਰੇ ਸੁੱਖ ਨੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਤੇ ਹੇ ਪ੍ਰਮਾਤਮਾ, ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ, ਤੇਰੀ ਬਖਸ਼ਿਸ਼ ਹੋਵੇਗੀ, ਤੇਰੀ ਰਹਿਮਤ ਹੋਵੇਗੀ ਤੇ ਅਸੀਂ ਮਿਲ ਪਵਾਂਗੇ। ਤੇ ਸਾਡੇ ਉੱਤੇ ਇਹੋ ਜਿਹੀ ਰਹਿਮਤ ਕਰ, ਬਖਸ਼ਿਸ਼ ਕਰ। ਸੋ ਗੁਰਬਾਣੀ ਅਥਾ ਸਾਗਰ ਹੈ, ਬੋਲਣਾ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਕਿਰਪਾ ਕਰਕੇ ਦਾਸ ਪਾਸੋਂ ਸੇਵਾ ਲਈ ਰੱਬ ਵਰਗੀ ਸੰਗਤਾਂ ਦੇ ਦਰਸ਼ਨ ਕਰਾਏ। ਤੇ ਬਹੁਤ ਬਹੁਤ ਧੰਨਵਾਦ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ, ਇਸ ਪਾਵਨ ਸਥਾਨ ਦੇ ਹੈਡ ਗ੍ਰੰਥੀ ਸਾਹਿਬ, ਜੋ ਦਾਸ ਨੂੰ ਬਹੁਤ ਹੀ ਪਿਆਰ ਕਰਦੇ ਨੇ। ਕਹਿਬੇ ਕੋ ਸੋਭਾ ਨਹੀਂ, ਦੇਖਾਈ ਪ੍ਰਵਾਨ। ਸੋ ਮਹਾਰਾਜ ਉਹਨਾਂ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਣ। ਸਭ ਤੋਂ ਵੱਧ ਧੰਨਵਾਦ ਸਮੂਹ ਸਾਧ ਸੰਗਤ ਦਾ, ਕਿਉਂਕਿ ਆਪ ਰੱਬ ਰੂਪ ਹੋ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪ੍ਰਮਾਤਮਾ ਵਾਸਾ ਕਰਦਾ ਸਤ ਸੰਗਤ ਦੇ ਵਿੱਚ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਵੱਲੋਂ ਬਹੁਤ ਸਾਰੀ ਮਾਇਆ ਗੁਰਸ਼ਬਦ ਦੇ ਵਿਚਾਰ ਸਤਕਾਰ ਵਜੋਂ ਭੇਟਾ ਹੋਈ ਹੈ। ਮਹਾਰਾਜ ਸਾਰਿਆਂ ਦੇ ਨਾਮ ਜਾਣੀ ਜਾਣ ਹੋ, ਮਾਇਆ ਸਫਲੀ ਕਰਨੀ, ਕਿਰਤ ਕਮਾਈ ਚ ਵਾਧੇ ਕਰਨੇ, ਬੁੱਲਾਂ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।